ਜਿਵੇਂ ਗਵਰਨਰ ਸਾਹਿਬ ਦੀ ਚਿੱਠੀ ਆਈ ਉਹ ਲੈਟਰ ਬੰਬ ਫਿਰ ਉਧਰੋਂ ਟਵੀਟ ਤੇ ਅੱਜ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕਿਸ ਆਧਾਰ ਤੇ ਮੇਰੇ ਤੋਂ ਇਹ ਹਿਸਾਬ ਕਿਤਾਬ ਮੰਗ ਰਹੇ ਹੋ। तो प्रिंसीपल्स वाला मुद्दा जिहड़ा सी ਉਹ ਇਮੀਡੀਏਟ ਸਪਾਰਕ ਉਸਨੇ ਪੈਦਾ ਕੀਤਾ ਕਿ ਗਵਰਨਰ ਸਾਹਿਬ ਦੇ ਪੱਖ ਤੋਂ ਜੇ ਇਸ ਨੂੰ ਦੇਖੀਏ ਤਾਂ ਉਹ ਇਹ ਕਹਿ ਰਹੇ ਆ ਕਿ ਮੈਨੂੰ ਬਹੁਤ ਸਾਰੀਆਂ ਕੰਪਲੇਂਟਸ ਮਿਲੀਆਂ ਜਿਹਦੇ ਵਿੱਚ ਤਿੰਨ ਜਿਹੜੇ ਐਲੀਗੇਸ਼ਨਸ ਨੇ ਇਸ ਮੁੱਦੇ ਦੇ ਉੱਤੇ। ਇੱਕ ਤਾਂ ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈ, ਕੋਈ ਮਾਲ ਪ੍ਰੈਕਟਿਸਿਸ ਹੋਈਆਂ ਨੇ ਤੇ ਇਲੀਗੈਲਿਟੀਜ਼ ਹੋਈਆਂ ਨੇ। ਕੀ ਸਿਰਫ ਪੰਜਾਬ ਦੇ ਵਿੱਚ ਹੀ ਇਹ ਸਾਰੀ ਚੀਜ਼ਾਂ ਨੇ ਜਿੱਥੇ ਭਾਜਪਾ ਸ਼ਾਸਿਤ ਜਿਹੜੇ ਸੂਬੇ ਨੇ ਉੱਥੇ ਸਾਰਾ ਕੁਝ ਸਮੂਥ ਚੱਲ ਰਿਹਾ? ਹੋਰ ਕਿਸੇ ਪਾਸੇ ਤਾਂ ਮੈਂ ਦੇਖਿਆ ਨਹੀਂ ਵੀ ਗਵਰਨਰ ਨੇ, ਜਿੱਥੇ ਪੰਜਾਬ ਡਬਲ ਇੰਜਨ ਸਰਕਾਰ ਹੈ ਉੱਥੇ ਗਵਰਨਰ ਨੇ ਕਦੀ ਵੀ ਐਵੇਂ ਸਵਾਲ ਚੱਕੇ ਹੋ ਕਿ ਬੀਜੇਪੀ ਰੂਲਡ ਸਟੇਟਸ ਤੇ ਨਾਨ ਬੀਜੇਪੀ ਰੂਲਡ ਸਟੇਟਸ ਉਹਨਾਂ ਦੇ ਵਿੱਚ ਹੀ ਜ਼ਿਆਦਾ ਗਵਰਨਰਸ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਜਿਹੜੀ ਹੈਗੀ ਆ ਮੰਗ ਕਰਦੇ ਨੇ। ਇਹ ਗੱਲ ਥੋੜੀ ਠੀਕ ਹੈਗੀ ਹੈ। ਜਿਹੜੀ ਕੋਈ ਵੀ ਜਿਹੜੀ ਸਟੇਟ ਹੈਗੀ ਆ ਇਟ ਇਜ਼ ਰਨ ਬਾਈ ਦੀ ਕਨਸਟੀਟਿਊਸ਼ਨ। ਜਿਸ ਤਰ੍ਹਾਂ ਭਗਵੰਤ ਮਾਨ ਜੀ ਕਹਿੰਦੇ ਆ ਕਿ ਸਾਨੂੰ ਤਾਂ 300 ਕਰੋੜ ਲੋਕ, ਜਿਹੜੇ 3 ਕਰੋੜ ਲੋਕਾਂ ਉਹਨਾਂ ਨੇ ਚੁਣਿਆ ਸੀ, ਉਹਨਾਂ ਦੇ ਲਈ ਉੱਤਰਦਾਈਆਂ। ਲੇਕਿਨ ਉਹ ਜਿਹੜਾ ਚੁਣਿਆ ਹੈ ਉਹਨਾਂ ਨੇ ਉਹ ਵੀ ਕਨਸਟੀਟਿਊਸ਼ਨ ਦੇ ਵਿੱਚ ਕੋਈ ਸਕੀਮ ਹੈਗੀ ਆ, ਕੋਈ ਐਕਟ ਹੈਗੇ ਨੇ, ਉਹਨਾਂ ਦੇ ਤਹਿਤ ਹੀ ਤੁਹਾਨੂੰ ਚੁਣਿਆ। ਸਫਰ ਕੌਣ ਕਰੇਗਾ ਹੁਣ ਇਸ ਲੜਾਈ ਦੇ ਵਿੱਚ? ਸਫਰ ਕਿੰਨੇ ਕਰ ਰਿਹਾ ਹੈ? ਸਫਰ ਪੰਜਾਬ ਨਹੀਂ ਕਰਨਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਂਦਾਵੇ। ਜੀ ਹਾਂ, ਅੱਜ ਸਾਡੀ ਨਜ਼ਰ ਰਹੇਗੀ ਗਵਰਨਰ ਸਾਹਿਬ ਤੇ, ਕਿਉਂਕਿ ਇੱਕ ਵਾਰ ਫਿਰ ਲੜਾਈ ਬਾਹਰ ਆ ਗਈ ਹੈ। ਲੜਾਈ ਸਰਕਾਰ ਦੀ ਤੇ ਗਵਰਨਰ ਸਾਹਿਬ ਦੀ। ਪ੍ਰੋਹਿਤ ਜੀ ਨੇ ਭਗਵੰਤ ਮਾਨ ਜੀ ਨੂੰ ਚਿੱਠੀ ਲਿਖ ਦਿੱਤੀ ਤੇ ਜਨ ਤੱਕ ਵੀ ਹੋਈ ਤੇ ਸਵਾਲ ਖੜੇ ਕਰ ਦਿੱਤੇ ਕਿ ਜਿਹੜੇ ਅਧਿਆਪਕ ਭੇਜੇ ਸੀਗੇ ਸਿੰਗਾਪੁਰ ਉਹ ਕਿਸ ਆਧਾਰ ਤੇ ਭੇਜੇ ਤੇ ਕੀ ਕੁਝ ਖਰਚਾ ਹੋਇਆ। ਤੇ ਇਸੇ ਦੀ ਅੱਜ ਚਰਚਾ ਰਹੇਗੀ ਕਿਉਂਕਿ ਇੱਥੇ ਵੀ ਅਧਿਆਪਕਾਂ ਨੂੰ ਲੈ ਕੇ ਗਵਰਨਰ ਤੇ ਸਰਕਾਰ ਆਮੋ ਸਾਹਮਣੇ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵੀ ਉੱਥੇ ਵੀ ਇਹੀ ਰੋਲਾ ਕਿ ਗਵਰਨਰ ਸਾਹਿਬ ਨੇ ਅਧਿਆਪਕ ਜਾਣ ਨਹੀਂ ਦਿੱਤਾ ਹੈ। ਸਿਆਸਤ ਕੀ ਵਾਕਈ ਇਹ ਸਿਆਸਤ ਖੇਡੀ ਜਾ ਰਹੀ ਹੈ? ਇਸੇ ਦੀ ਅੱਜ ਚਰਚਾ ਕਰਾਂਗੇ ਤੇ ਸਾਡੇ ਨਾਲ ਜੁੜਨਗੇ ਪ੍ਰੋਫੈਸਰ ਜਗਮੋਹਨ ਸਿੰਘ ਜੀ, ਪੋਲੀਟੀਕਲ ਐਕਸਪਰਟ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਧੰਨਵਾਦ ਸਰ। ਪ੍ਰੋਫੈਸਰ ਸਾਹਿਬ, ਦਿਨ ਤਾਂ ਅੱਜ 14 ਤਰੀਕ, ਮਤਲਬ ਕਿਹਾ ਵੈਲੈਂਟਾਈਨ ਡੇ ਜਾਂਦਾ ਹੈ, ਕਿਹਾ ਮਤਲਬ ਮੁਹੱਬਤ ਦਾ ਜਾਂਦਾ ਹੈ ਕਿ ਪਿਆਰ ਵੰਡਿਆ ਕਰੀਏ, ਇਹ ਦਿਨ ਖਾਸ ਕਰ ਯਾਦ ਕੀਤਾ ਜਾਂਦਾ ਹੈ। ਪਰ ਕੱਲ ਹੀ ਸ਼ੁਰੂਆਤ ਹੋ ਗਈ ਸੀ, ਜਿਵੇਂ ਗਵਰਨਰ ਸਾਹਿਬ ਦੀ ਚਿੱਠੀ ਆਈ ਉਹ ਲੈਟਰ ਬੰਬ, ਫਿਰ ਉਧਰੋਂ ਟਵੀਟ ਤੇ ਅੱਜ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕਿਸ ਆਧਾਰ ਤੇ ਮੇਰੇ ਤੋਂ ਇਹ ਹਿਸਾਬ ਕਿਤਾਬ ਮੰਗ ਰਹੇ ਹੋ। ਕਿਵੇਂ ਦੇਖਦੇ ਹੋ ਆ ਜਿਹੜੀ, ਕਿਉਂਕਿ ਪਹਿਲੀ ਵਾਰ ਨਹੀਂ ਹੋਇਆ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਸੁਰਿੰਦਰ ਜੀ, ਜਿਹੜੀ ਚਿੱਠੀ ਲਿਖੀ ਗਈ ਹੈ ਗਵਰਨਰ ਸਾਹਿਬ ਵੱਲੋਂ ਉਸ ਦੇ ਵਿੱਚ ਕੇਵਲ ਪ੍ਰਿੰਸੀਪਲਸ ਦੀ ਟ੍ਰੇਨਿੰਗ ਦਾ ਸਿੰਗਾਪੁਰ ਵਾਲਾ ਇਸ਼ੂ ਨਹੀਂ ਹੈ। ਉਸ ਦੇ ਵਿੱਚ ਉਸ ਤੋਂ ਪਹਿਲਾਂ ਜਿਹੜੇ 4-5 ਇਸ਼ੂਜ਼ ਨੇ ਉਹ ਵੀ ਇਸ ਚਿੱਠੀ ਦੇ ਵਿੱਚ ਇੱਕ ਤਰੀਕੇ ਨਾਲ ਰੀਇਟਰੇਟ ਕੀਤੇ ਗਏ, ਦੁਹਰਾਏ ਗਏ। ਤਾਂ ਪ੍ਰਿੰਸੀਪਲਸ ਵਾਲਾ ਮੁੱਦਾ ਜਿਹੜਾ ਸੀ ਉਹ ਇਮੀਡੀਏਟ ਸਪਾਰਕ ਉਸਨੇ ਪੈਦਾ ਕੀਤਾ ਕਿ ਗਵਰਨਰ ਸਾਹਿਬ ਦੇ ਪੱਖ ਤੋਂ ਜੇ ਇਸ ਨੂੰ ਦੇਖੀਏ ਤਾਂ ਉਹ ਇਹ ਕਹਿ ਰਹੇ ਆ ਕਿ ਮੈਨੂੰ ਬਹੁਤ ਸਾਰੀਆਂ ਕੰਪਲੇਂਟਸ ਮਿਲੀਆਂ ਜਿਹਦੇ ਵਿੱਚ ਤਿੰਨ ਜਿਹੜੇ ਐਲੀਗੇਸ਼ਨਸ ਨੇ ਇਸ ਮੁੱਦੇ ਦੇ ਉੱਤੇ। ਇੱਕ ਤਾਂ ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈ, ਕੋਈ ਮਾਲ ਪ੍ਰੈਕਟਿਸਿਸ ਹੋਈਆਂ ਨੇ ਤੇ ਇਲੀਗੈਲਿਟੀਜ਼ ਹੋਈਆਂ ਨੇ। ਇਸ ਲਈ ਉਹ ਇਸ ਨੂੰ ਦੇਖਣ ਵਾਸਤੇ ਇਨਫੋਰਮੇਸ਼ਨ ਮੰਗਦੇ ਆ ਕਿ ਕ੍ਰਾਈਟੇਰੀਆ ਤੁਸੀਂ ਕੀ ਅਪਣਾਇਆ, ਇੰਟਾਇਰ ਸਿਲੈਕਸ਼ਨ ਪ੍ਰੋਸੈਸ ਕੀ ਸੀ, ਐਕਸਪੈਂਡੀਚਰ ਕਿੰਨਾ ਹੋਇਆ ਟਰੈਵਲਿੰਗ ਦੇ ਉੱਤੇ, ਬੋਰਡਿੰਗ ਦੇ ਉੱਤੇ, ਟ੍ਰੇਨਿੰਗ ਦੇ ਉੱਤੇ ਔਰ ਇਸ ਦੀ ਪਬਲੀਕੇਸ਼ਨ ਦੇ ਉੱਤੇ। ਇਹ ਅਪਾਇੰਟਮੈਂਟ ਹੈਗੇ ਆ ਰਜੀਤ ਸਿੰਘ ਜਵੰਦਾ, ਜਿਹੜੇ ਚੇਅਰਮੈਨ ਨੇ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ ਦੇ। ਇਹਨਾਂ ਨੂੰ ਚੇਅਰਮੈਨ ਲਗਾਇਆ ਗਿਆ ਸੀ। ਇਸ ਦੇ ਉੱਤੇ ਐਲੀਗੇਸ਼ਨ 'ਚ ਗਵਰਨਰ ਸਾਹਿਬ ਕਹਿੰਦੇ ਆ ਕਿ ਕਿਡਨੈਪਿੰਗ ਦੇ ਤੇ ਪ੍ਰਾਪਰਟੀ ਗ੍ਰੈਬਿੰਗ ਦੇ ਆ। ਤੋ ਜੇ ਮੈਟਰ ਕ੍ਰਿਮੀਨਲ ਪੈਂਡਿੰਗ ਪਿਆ, ਫਰੇਮਿੰਗ ਆਫ ਚਾਰजेस ਹੋ ਗਏ, ਤਾਂ ਥੋੜਾ ਜਿਹਾ ਇਸ਼ੂ ਇਹ ਹੈਗਾ ਕਿ ਇਸ ਪ੍ਰਕਾਰ ਦੇ ਜਿਹੜੀ ਪਰਸਨੈਲਿਟੀ ਹੈਗੀ ਆ ਉਸ ਨੂੰ ਜਿਹੜਾ ਹੈਗਾ ਉਹ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਉਣਾ ਕਿੰਨਾ ਲੀਗਲ ਆ, ਕਿੰਨਾ ਉਚਿਤ ਹੈ। ਤੀਸਰਾ ਜਿਹੜਾ ਉਹ ਇਹ ਕਹਿ ਰਿਹਾ ਕਿ ਜਿੰਨੀਆਂ ਵੀ ਮੈਂ ਚਿੱਠੀਆਂ ਪਾਉਣਾ ਨਾ ਤੇ ਮੈਨੂੰ ਹਮੇਸ਼ਾ ਇਹਦੇ ਵਿੱਚ ਇਗਨੋਰ ਕੀਤਾ ਜਾਂਦਾ ਰਿਹਾ ਔਰ ਮੈਨੂੰ ਇੱਕ ਕੰਟੈਂਪਟ ਦੇ ਨਾਲ ਟਰੀਟ ਕੀਤਾ ਜਾਂਦਾ ਰਿਹਾ। ਮੈਨੂੰ ਇਨਫੋਰਮੇਸ਼ਨ ਦੇਣ ਦੀ ਬਜਾਏ
ਮੇਰੀ ਮਾਨਹਾਨੀ ਇੱਕ ਤਰੀਕੇ ਨਾਲ ਕੀਤੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਅਗਲਾ ਇਸ਼ੂ ਉਹਨਾਂ ਨੇ ਉਠਾਇਆ, 21 ਜੁਲਾਈ 2022 ਨੂੰ ਰਾਜ ਭਵਨ ਤੋਂ, ਪੰਜਾਬ ਰਾਜ ਭਵਨ ਤੋਂ ਇੱਕ ਚਿੱਠੀ ਜਾਰੀ ਹੁੰਦੀ ਹੈ ਮੁੱਖ ਮੰਤਰੀ ਜੀ ਨੂੰ ਕਿ ਐਸਸੀ ਸਕਾਲਰਸ਼ਿਪ ਨਾ ਦੇਣ ਕਾਰਨ ਬਹੁਤ ਸਾਰੇ ਹਾਇਰ ਐਜੂਕੇਸ਼ਨ ਦੇ ਵਿਦਿਆਰਥੀ ਜਿਹੜੇ ਆ ਉਹ ਦਾਖਲੇ ਨਹੀਂ ਲੈ ਸਕੇ, ਡ੍ਰੌਪ ਆਊਟ ਹੋ ਗਿਆ ਉਹਨਾਂ ਦਾ। ਉਸ ਤੋਂ ਬਾਅਦ 23/11/2022 ਨੂੰ ਕਿ ਵਾਈਸ ਚਾਂਸਲਰ ਜਿਹੜਾ ਹੈਗਾ ਉਹ ਤੁਸੀਂ ਗਲਤ ਲਗਾਇਆ, ਨਿਯਮਾਂ ਮੁਤਾਬਕ ਨਹੀਂ ਲਗਾਇਆ। ਇੱਕ ਰਾਜ ਭਵਨ ਤੋਂ ਚਿੱਠੀ ਜਾਂਦੀ ਹੈ, ਪੰਜਾਬ ਰਾਜ ਭਵਨ ਤੋਂ ਮੁੱਖ ਮੰਤਰੀ ਜੀ ਨੂੰ ਕਿ ਇਹ ਵਾਈਸ ਚਾਂਸਲਰ ਨੂੰ ਰਿਮੂਵ ਕੀਤਾ ਜਾਏ। ਉਸ ਤੋਂ ਬਾਅਦ ਕੁਲਦੀਪ ਸਿੰਘ ਚਾਹਲ ਜਿਹੜੇ ਜਲੰਧਰ ਦੇ ਵਿੱਚ ਲਗਾਉਂਦੇ ਆ, ਪੁਲਿਸ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਲਗਾਉਂਦੇ ਆ ਪੁਲਿਸ ਦੇ, ਉਹਨਾਂ ਨੂੰ 26 ਜਨਵਰੀ ਤੋਂ ਇਮੀਡੀਏਟਲੀ ਪਹਿਲਾਂ ਜਲੰਧਰ ਦਾ ਕਮਿਸ਼ਨਰ ਲਗਾਇਆ ਜਾਂਦਾ। ਤੇ ਉਸ ਸਮੇਂ ਮੁੱਖ ਮੰਤਰੀ ਜੀ ਨੂੰ ਇਹ ਪਤਾ ਸੀ ਕਿ ਮਾਨਯੋਗ ਗਵਰਨਰ ਸਾਹਿਬ ਨੇ ਜਲੰਧਰ ਦੇ ਵਿੱਚ 26 ਜਨਵਰੀ ਨੂੰ ਝੰਡਾ ਫਹਿਰਾਉਣਾ ਹੈ। ਇਹ ਪਤਾ ਹੋਣ ਦੇ ਬਾਵਜੂਦ ਵੀ 26 ਜਨਵਰੀ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਹੈਗਾ ਉਹਨਾਂ ਨੂੰ ਉੱਥੇ ਦਾ ਪੁਲਿਸ ਕਮਿਸ਼ਨਰ ਲਗਾਇਆ ਜਾਂਦਾ। ਇਹ ਇੱਕ ਇਸ਼ੂ ਇਸ ਦੇ ਵਿੱਚ ਰੇਜ਼ ਕੀਤਾ ਗਿਆ। ਦੂਸਰਾ, ਉਹਨਾਂ ਨੇ 4/1/23 ਨੂੰ ਇੱਕ ਹੋਰ ਪੱਤਰ ਲਿਖਿਆ ਜਿਸ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਦਾ ਰੈਫਰੈਂਸ ਆਂਦਾ ਕਿ ਸ਼੍ਰੀ ਨਵਲ ਅਗਰਵਾਲ ਜੀ ਜਿਹੜੀਆਂ ਰਾਜ ਦੀਆਂ ਬਹੁਤ ਹੀ ਸੈਂਸਿਟਿਵ ਕਿਸਮ ਦੀਆਂ ਮੀਟਿੰਗਸ ਨੇ ਉਹਨਾਂ ਵਿੱਚ ਹਿੱਸਾ ਲੈਂਦੇ ਆ, ਉਹਦੀ ਇਨਫੋਰਮੇਸ਼ਨ ਮੰਗਦੇ ਆ। ਤੇ 2 ਲੈਟਰ ਜਿਹੜੇ ਆ ਉਹ ਮੁੱਖ ਸਕੱਤਰ ਜਿਹੜੇ ਆ ਪੰਜਾਬ ਦੇ ਵੀਕੇ ਜੰਜੂਆ ਜੀ IAS, ਉਹਨਾਂ ਨੂੰ ਜਿਹੜੇ ਗਵਰਨਰ ਸਾਹਿਬ ਦੇ ਸਕੱਤਰ ਹੈਗੇ ਆ ਉਹਨਾਂ ਵੱਲੋਂ ਜਾਰੀ ਕੀਤੇ ਜਾਂਦੇ ਆ ਕਿ ਜਿੰਨੀਆਂ ਵੀ ਐਡਸ ਹੋਈਆਂ ਨੇ ਡਿਟੇਲਸ ਉਹਨਾਂ ਦੀ ਜਿਹੜੀ ਭੇਜੀ ਜਾਵੇ। ਠੀਕ ਹੈ ਜੀ, ਇਸ ਤਰ੍ਹਾਂ ਦਾ ਜਿਹੜਾ ਹੈਗਾ ਰੈਫਰੈਂਸ ਜਿਹੜਾ ਹੈਗਾ ਨਵਲ ਅਗਰਵਾਲ ਵਾਲਾ ਲੈਟਰ ਜਿਹੜਾ ਹੈਗਾ ਉਹ ਵੀ ਮੁੱਖ ਸਕੱਤਰ ਜੀ ਨੂੰ ਜਾਰੀ ਕੀਤਾ ਜਾਂਦਾ। ਤੋ ਅੰਡਰ ਆਰਟੀਕਲ 167 ਦਾ ਜ਼ਿਕਰ ਕਰਦੇ ਆ ਉਹ, ਜਿਹਦੇ ਵਿੱਚ ਉਹ ਇਹ ਇਨਫੋਰਮੇਸ਼ਨ ਰਾਜ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਤੋਂ ਮੰਗ ਸਕਦੇ ਆ ਤੇ ਉਹਨਾਂ ਨੇ 15 ਦਿਨ ਦਾ ਸਮਾਂ ਇਸ ਦੇ ਵਿੱਚ ਦਿੱਤਾ ਹੈਗਾ। ਉਸ ਤੋਂ ਬਾਅਦ ਉਹ ਕਹਿੰਦੇ ਮੈਂ ਕੋਈ ਲੀਗਲ ਐਡਵਾਈਸ ਦਵਾਂਗਾ ਇਸ ਮੁੱਦੇ ਦੇ ਉੱਤੇ। ਇਸੇ ਤੇ ਇੱਕ ਹੋਰ ਸਵਾਲ ਹੈ ਮੇਰੇ ਜ਼ਿਹਨ ਦੇ ਵਿੱਚ, ਸਵਾਲ ਵੀ ਲਾਂਗਾ ਪਰ ਆਓ ਪਹਿਲਾਂ ਤੁਹਾਨੂੰ ਸੁਣਾ ਦੇਣਾ ਕਿ ਭਾਜਪਾ ਨੇ ਇਸ ਬਾਬਤ ਕੀ ਕੁਝ ਕਿਹਾ, ਉਹਨਾਂ ਦੇ ਆਗੂ ਕੀ ਕਹਿ ਰਹੇ ਨੇ ਤੇ ਮਾਨ ਸਾਹਿਬ ਦਾ ਜਵਾਬ ਕੀ ਸੀ, ਆਓ ਸੁਣ ਲੈਂਦੇ ਹਾਂ। ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ 'ਚ ਕੁਝ ਚੀਜ਼ਾਂ ਦੇ ਉੱਤੇ ਉਹਨਾਂ ਨੇ ਕਲੈਰੀਫਿਕੇਸ਼ਨ ਮੰਗੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੁਝ ਸ਼ਿਕਾਇਤਾਂ ਆਈਆਂ ਨੇ ਜਿਹਦੇ ਵਿੱਚ ਜਿਹੜੇ ਟੀਚਰਸ ਤੇ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਿਆ ਗਿਆ ਸੀਗਾ ਉਹਦੇ ਬਾਰੇ ਕੁਝ ਕਲੈਰੀਫਿਕੇਸ਼ਨ ਮੰਗੀ ਹੈ। ਦੂਸਰੀ ਚੀਜ਼ ਉਹਨਾਂ ਨੇ ਕਹੀ ਹੈ ਕਿ ਗੁਰਿੰਦਰਜੀਤ ਸਿੰਘ ਜਵੰਡਾ ਜਿਨ੍ਹਾਂ ਨੂੰ ਕਿ ਚੇਅਰਮੈਨ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ ਦਾ ਬਣਾਇਆ ਗਿਆ, ਉਹਨਾਂ ਉੱਤੇ ਕਿਡਨੈਪਿੰਗ ਔਰ ਪ੍ਰਾਪਰਟੀ ਗ੍ਰੈਬਿੰਗ ਦੇ ਕੇਸ ਚੱਲਦੇ ਪਏ ਨੇ ਤੇ ਇਹਦੇ ਬਾਰੇ ਵੀ ਜਾਣਕਾਰੀ ਮੰਗੀ ਹੈ। ਔਰ ਇਸ ਦੇ ਇਲਾਵਾ ਐਸੀ ਬੱਚੇ ਦੀ ਸਕਾਲਰਸ਼ਿਪ ਦਾ ਇਸ਼ੂ ਹੈ ਔਰ ਹੋਰ ਇਸ਼ੂਜ਼ ਉਠਾਏ ਨੇ। ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ, ਅਸੀਂ ਸਾਰੇ ਜਾਣਦੇ ਹਾਂ ਕਿ ਗਵਰਨਰ ਸਾਹਿਬ ਜਿਹੜੇ ਹੈਗੇ ਨੇ ਕੰਸਟੀਟਿਊਸ਼ਨਲ ਹੈਡ ਹੁੰਦੇ ਨੇ ਔਰ ਉਹਨਾਂ ਕੋਲ ਕੋਈ ਚੀਜ਼ ਉਹਨਾਂ ਦੇ ਧਿਆਨ 'ਚ ਲਿਆਈ ਜਾਂਦੀ ਹੈ ਤੇ ਸੰਵਿਧਾਨ ਦੇ ਮੁਤਾਬਕ ਉਹ ਸਰਕਾਰ ਨੂੰ ਉਹਨਾਂ ਬਾਰੇ ਸਪਸ਼ਟੀਕਰਨ ਮੰਗ ਸਕਦੇ ਨੇ। ਤੇ ਆਮ ਆਦਮੀ ਪਾਰਟੀ ਸਪਸ਼ਟੀਕਰਨ ਦੇਣ ਦੀ ਬਜਾਏ ਚੀਕਾਂ ਕਿਉਂ ਮਾਰਦੀ ਹੈ? ਮੈਂ ਪੁੱਛਣਾ ਚਾਹੁੰਦਾ, ਤੁਸੀਂ ਕਹਿੰਦੇ ਹੋ ਅਸੀਂ ਸਿੰਗਾਪੁਰ ਭੇਜੇ ਪ੍ਰਿੰਸੀਪਲਸ, ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਦਿੱਲੀ ਦੇ ਸਿੱਖਿਆ ਮਾਡਲ ਦਾ ਰੌਲਾ ਪਾਉਂਦੇ ਹੋ ਕਿ ਦਿੱਲੀ ਦਾ ਸਿੱਖਿਆ ਮਾਡਲ ਬਿਹਤਰੀਨ ਸਿੱਖਿਆ ਮਾਡਲ ਹੈ, ਤੇ ਪਹਿਲਾਂ ਆਪਣੇ ਪ੍ਰਿੰਸੀਪਲਸ ਨੂੰ, ਪੰਜਾਬ ਦੇ ਪ੍ਰਿੰਸੀਪਲਸ ਨੂੰ ਦਿੱਲੀ ਦੇ ਦਰਸ਼ਨ ਤੇ ਕਰਾ ਦਿੰਦੇ। ਕਿਹੜੇ ਸਕੂਲ ਨੇ ਤੁਹਾਡੇ ਉੱਥੇ ਕਿਸ ਤਰ੍ਹਾਂ ਦੀ ਸਿੱਖਿਆ ਤੁਸੀਂ ਦਿੰਦੇ ਹੋ? ਤੁਸੀਂ ਸਿੰਗਾਪੁਰ ਭੇਜਤਾ, ਸਿੰਗਾਪੁਰ ਦਾ ਇਨਫਰਾਸਟ੍ਰਕਚਰ, ਉੱਥੇ ਦੀ ਐਜੂਕੇਸ਼ਨ ਸਿਸਟਮ ਪੰਜਾਬ ਦੇ ਐਜੂਕੇਸ਼ਨ ਸਿਸਟਮ ਨਾਲ ਟੋਟਲੀ ਡਿਫਰੈਂਟ ਹੈਗਾ। ਪੰਜਾਬ ਨੂੰ ਜਿਨ੍ਹਾਂ ਨੇ ਚੁਣਿਆ ਉਹੀ ਫੈਸਲੇ ਕਰਨ, ਇਲੈਕਟਡ ਕਰਨ, ਨਾ ਕਿ ਸਿਲੈਕਟਡ ਕੋਈ ਵਿੱਚ ਆਪਣੀ ਟੰਗ ਅੜਾਉਣ ਕਿ ਆਹ ਕਿਉਂ ਹੋ ਗਿਆ, ਆਹ ਨਾ ਹੋ ਗਿਆ। ਲੋਕਤੰਤਰ 'ਚ ਇਲੈਕਟਡ ਲੋਕ ਜਿਹੜੇ ਨੇ ਉਹ ਵੱਡੇ ਨੇ, ਸਿਲੈਕਟਡ ਤਾਂ ਕੋਈ ਵੀ ਹੋ ਸਕਦਾ, ਠੀਕ ਹੈ ਨਾ। ਸੋ ਉਹਨਾਂ ਨਾਲ ਵੀ ਕੋਈ ਨਹੀਂ, ਸੁਧਾਰ ਲਾਂਗੇ, ਆ ਜਾਣਗੇ ਲੀ ਤੇ, ਕਿਉਂਕਿ ਕਈ ਵਾਰੀ ਇੱਧਰੋਂ ਉੱਧਰੋਂ ਕੋਈ ਕਹਿ ਦਿੰਦਾ ਐਂ ਲਿਖ ਦਿਓ, ਐਂ ਲਿਖ ਦਿਓ, ਉਹ ਚੰਗਾ ਨਹੀਂ ਲੱਗਦਾ। ਕਾਨੂੰਨ ਫਿਰ ਸਾਨੂੰ ਵੀ ਪਤਾ ਫਿਰ ਤਾਂ ਫਿਰ ਸੋ ਕਾਨੂੰਨ ਤਾਂ ਫਿਰ ਸਾਰਿਆਂ ਵਾਸਤੇ ਇੱਕੋ ਹੀ ਹੈ। ਸੋ ਜਿਹੜੇ ਕਾਨੂੰਨ ਰਾਹੀਂ ਉਹ ਰੋਕਦੇ ਨੇ ਉਸ ਕਾਨੂੰਨ ਰਾਹੀਂ ਉਹਨਾਂ ਨੂੰ ਅਸੀਂ ਜਵਾਬ ਵੀ ਦੇ ਦਾਂਗੇ। ਪ੍ਰੋਫੈਸਰ ਸਾਹਿਬ, ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਦੋਨੋਂ ਆਗੂ ਗੱਲ ਕਰ ਰਹੇ ਸੀ, ਤੇ ਇੱਕ ਚੀਜ਼ ਦੱਸੋ ਪ੍ਰੋਫੈਸਰ ਸਾਹਿਬ, ਕੀ ਸਿਰਫ ਪੰਜਾਬ ਦੇ ਵਿੱਚ ਹੀ ਇਹ ਸਾਰੀ ਚੀਜ਼ਾਂ ਨੇ ਜਿੱਥੇ ਭਾਜਪਾ ਸ਼ਾਸਿਤ ਜਿਹੜੇ ਸੂਬੇ ਨੇ ਉੱਥੇ ਸਾਰਾ ਕੁਝ ਸਮੂਥ ਚੱਲ ਰਿਹਾ? ਹੋਰ ਕਿਸੇ ਪਾਸੇ ਤਾਂ ਮੈਂ ਦੇਖਿਆ ਨਹੀਂ ਵੀ ਗਵਰਨਰ ਨੇ, ਜਿੱਥੇ ਪੰਜਾਬ ਡਬਲ ਇੰਜਨ ਸਰਕਾਰ ਹੈ ਉੱਥੇ ਗਵਰਨਰ ਨੇ ਕਦੀ ਵੀ ਐਵੇਂ ਸਵਾਲ ਚੱਕੇ ਹੋਣ।
ਦੇਖੋ ਮਨਸ਼ਾ ਤਾਂ ਉੱਥੋਂ ਸਮਝ ਆਉਂਦੀ ਹੈ ਨਾ ਕਿ ਜਾਂ ਤਾਂ ਤੁਹਾਡਾ ਗਵਰਨਰ ਯੂਪੀ ਦੇ ਵਿੱਚ ਵੀ ਐਵੇਂ ਹੀ ਸਵਾਲ ਚੱਕੇ ਕਿ ਤੁਸੀਂ ਦੱਸੋ ਜੀ ਜਿਹੜੀ ਇਨਵੈਸਟਮੈਂਟਸ ਕਰ ਰਹੇ ਹੋ ਜਾਂ ਜਿਹੜੀ ਵੀ ਆ ਖਰਚਿਆਂ ਦਾ ਮੈਨੂੰ ਦੱਸਤਾ ਦਿਓ ਕੀ ਹਿਸਾਬ ਕਿਤਾਬ ਹੈ। ਹੋਰ ਕਿਸੇ ਗਵਰਨਰ ਨੇ ਮੰਗੇ ਹੋਣ ਸਮਝ ਆਉਂਦੀ ਹੈ ਕਿ ਸਿਰਫ ਇੱਥੇ ਡਬਲ ਇੰਜਨ ਸਰਕਾਰ ਹੈ ਨਹੀਂ ਤੇ ਆ ਜਿਹੜਾ ਇੱਕੋ ਇੰਜਨ ਹੈ ਵੀ ਇਹਦੇ ਇੰਜਨ ਦੇ ਅੱਗੇ ਆਪਾਂ ਕੋਈ ਨਾ ਕੋਈ ਅੜਚਨਾ ਪਾਈ ਜਾਈਏ ਤਾਂ ਕਿ ਲੋਕ ਕਿਤੇ ਆ ਇਸ ਇੰਜਨ ਦੀ ਜ਼ਿਆਦਾ ਸਵਾਰੀ ਨਾ ਕਰ ਬੈਠਣ ਤੇ ਲੋਕਾਂ ਨੂੰ ਇਹਨਾਂ ਦੀ ਆਦਤ ਨਾ ਹੋ ਜਾਏ। ਕਿਤੇ ਇਹ ਮਨਸ਼ਾ ਤਾਂ ਨਹੀਂ? ਨਹੀਂ ਦੇਖੋ, ਇਹ ਇੱਕ ਇਸ਼ੂ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਤੁਸੀਂ ਪੇਸ਼ ਕਰ ਰਹੇ ਹੋ ਉਹ ਹੈਗਾ ਕਿ ਬੀਜੇਪੀ ਰੂਲਡ ਸਟੇਟਸ ਤੇ ਨਾਨ ਬੀਜੇਪੀ ਰੂਲਡ ਸਟੇਟਸ, ਉਹਨਾਂ ਦੇ ਵਿੱਚ ਹੀ ਜ਼ਿਆਦਾ ਗਵਰਨਰਸ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਜਿਹੜੀ ਹੈਗੀ ਆ ਮੰਗ ਕਰਦੇ ਆ। ਇਹ ਗੱਲ ਥੋੜੀ ਠੀਕ ਹੈਗੀ ਹੈ ਕਿ ਚਲੋ ਉਹਨਾਂ ਜਿਹੜੀਆਂ 7 ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਗਵਰਨਰ ਸਾਹਿਬ ਜਿਹੜੇ ਆ ਉਹ ਇਸ ਤਰ੍ਹਾਂ ਦੇ ਪੁੱਛਗਿੱਛ ਔਰ ਇਨਫੋਰਮੇਸ਼ਨ ਔਰ ਇੰਟਰਵੈਂਸ਼ਨ ਜਿਹੜੀਆਂ ਕਰਦੇ ਨੇ ਜਿਹੜੇ ਕਿ ਬੀਜੇਪੀ ਰੂਲਡ ਸਟੇਟਸ ਦੇ ਵਿੱਚ ਨਹੀਂ ਹੈਗੇ। ਪਰ ਇਹ ਜਿੱਥੇ ਵੀ ਇੰਟਰਫੇਰੈਂਸ ਦੀ ਗੱਲ ਹੈਗੀ ਆ ਉੱਥੇ ਉਹਨਾਂ ਦੇ ਕੋਲੇ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਤਾਂ ਜ਼ਰੂਰ ਆ। ਚਲੋ ਠੀਕ ਹੈ, ਉਹਨਾਂ ਬੀਜੇਪੀ ਰੂਲਡ ਸਟੇਟਸ ਦੇ ਵਿੱਚ ਉਹ ਜ਼ਿਆਦਾ ਨਹੀਂ ਕਰਦੇ, ਪਰ ਜਿੱਥੇ ਕਿਤੇ ਕਰਦੇ ਆ ਉੱਥੇ ਤੁਸੀਂ ਉਹਨਾਂ ਨੂੰ ਅਨਕਨਸਟੀਟਿਊਸ਼ਨਲ ਤੇ ਇਲੀਗਲ ਨਹੀਂ ਕਹਿ ਸਕਦੇ ਘੱਟੋ ਘੱਟ। ਜੇ ਆਪਾਂ ਇਹ ਕੋਈ ਇਨਫੋਰਮੇਸ਼ਨ ਮੰਗੀ ਜਾਂਦੀ ਆ, ਉਹਨਾਂ ਨੂੰ ਕੋਈ ਪਾਰਟਿਕੂਲਰ ਆਰਟੀਕਲ ਜਿਹੜਾ ਹੈਗਾ ਸੰਵਿਧਾਨ ਦਾ ਉਹਨਾਂ ਨੂੰ ਪ੍ਰੋਟੈਕਟ ਕਰਦਾ ਤੇ ਉਹਨਾਂ ਨੂੰ ਇੰਪਾਵਰਡ ਕਰਦਾ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮੰਗ ਸਕਦੇ। ਤਾਂ ਫਿਰ ਉਸ ਤਰ੍ਹਾਂ ਦੀ ਇਨਫੋਰਮੇਸ਼ਨ ਅਗਰ, ਕਿਉਂਕਿ ਜਿਹੜੀ ਕੋਈ ਵੀ ਜਿਹੜੀ ਸਟੇਟ ਹੈਗੀ ਆ ਇਟ ਇਜ਼ ਰਨ ਬਾਈ ਦੀ ਕਨਸਟੀਟਿਊਸ਼ਨ। ਜਿਸ ਤਰ੍ਹਾਂ ਭਗਵੰਤ ਮਾਨ ਜੀ ਕਹਿੰਦੇ ਆ ਕਿ ਸਾਨੂੰ ਤਾਂ 300 ਕਰੋੜ ਲੋਕ, ਜਿਹੜੇ 3 ਕਰੋੜ ਲੋਕਾਂ ਉਹਨਾਂ ਨੇ ਚੁਣਿਆ ਸੀ, ਉਹਨਾਂ ਦੇ ਲਈ ਉੱਤਰਦਾਈ ਆ। ਲੇਕਿਨ ਉਹ ਜਿਹੜਾ ਚੁਣਿਆ ਹੈ ਉਹਨਾਂ ਨੇ ਉਹ ਵੀ ਕਨਸਟੀਟਿਊਸ਼ਨ ਦੇ ਵਿੱਚ ਕੋਈ ਸਕੀਮ ਹੈਗੀ ਆ, ਕੋਈ ਐਕਟ ਹੈਗੇ ਨੇ, ਉਹਨਾਂ ਦੇ ਤਹਿਤ ਹੀ ਤੁਹਾਨੂੰ ਚੁਣਿਆ। ਜਿਹੜੀ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਹੈ ਉਹਦੇ ਵਿੱਚ ਕਨਸਟੀਟਿਊਸ਼ਨ ਇਜ਼ ਸੁਪਰੀਮ, ਚਾਹੇ ਉਹ ਪ੍ਰਾਈਮ ਮਿਨਿਸਟਰ ਹੈ ਚਾਹੇ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਹੈ। ਕਨਸਟੀਟਿਊਸ਼ਨ ਸਭ ਤੋਂ ਉੱਪਰ ਆ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਦੇ ਵਿੱਚ। ਆ ਜਿਹੜੀ ਹੈ ਉਹ ਕਨਸਟੀਟਿਊਸ਼ਨ ਵਿੱਚ ਜੋ ਪ੍ਰੋਵੀਜ਼ਨ ਲੇ ਡਾਊਨ ਕੀਤੇ ਹੁੰਦੇ ਆ ਉਹਨਾਂ ਦੇ ਮੁਤਾਬਕ ਉਹਨਾਂ ਦੀ ਇਲੈਕਸ਼ਨ ਜਿਹੜੀ ਆ ਉਹ ਹੁੰਦੀ ਹੈ। ਤੋਂ ਜੇ 167 ਉਹਨਾਂ ਨੂੰ ਇੰਪਾਵਰ ਕਰਦੇ ਆ ਤੇ ਇਹਨਾਂ ਦੇ ਵਿੱਚ ਟਰਾਂਸਪੇਰੈਂਸੀ ਆ, ਓਨੈਸਟੀ ਆ, ਇੰਟੈਗ੍ਰਿਟੀ ਆ, ਕ੍ਰੈਡੀਬਿਲਿਟੀ ਆ, ਤਾਂ ਜਿਹੜੀ ਇਨਫੋਰਮੇਸ਼ਨ ਉਹ ਮੰਗਦੇ ਆ ਉਹ ਲੈਟਰ ਐਂਡ ਸਪਿਰਿਟ ਦੇ ਵਿੱਚ ਉਸ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ ਮੰਨ ਲਓ, ਤਾਂ ਫਿਰ ਕਿਆ ਕਨਫਲਿਕਟ ਆ ਇਸ ਦੇ ਵਿੱਚ? ਤਾਂ ਮੈਨੂੰ ਨਹੀਂ ਇਹ ਲੱਗਦਾ। ਜੇ ਮੰਨ ਲਓ ਉਹਨਾਂ ਨੂੰ ਇਹ ਲੱਗਦਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ ਹੈ ਸੀ ਕੇਂਦਰ ਸਰਕਾਰ ਵੱਲੋਂ ਆਇਆ ਲੇਕਿਨ ਉਹਦਾ ਵਿਤਰਨ ਨਹੀਂ ਹੋਇਆ, ਜਿਸ ਕਾਰਨ ਡ੍ਰੌਪ ਆਊਟ ਹੋ ਗਿਆ, ਹਾਇਰ ਐਜੂਕੇਸ਼ਨ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਦਾਖਲਾ ਨਹੀਂ ਲੈ ਸਕੇ। ਅਗਰ ਇਹ ਗੱਲ ਜਿਹੜੀ ਹੈ ਡਿਸਪਰੂਵ ਕਰਨੀ ਹੈ ਤਾਂ ਸਾਰਾ ਡਾਟਾ ਤੇ ਸਾਰੀ ਡਿਟੇਲ ਗਵਰਨਰ ਸਾਹਿਬ ਨੂੰ ਭੇਜ ਦੇਣ। ਗਵਰਨਰ ਸਾਹਿਬ ਸੈਟੀਸਫਾਈ ਹੋ ਜਾਣਗੇ ਕਿ ਜੋ ਵੀ ਉਹਨਾਂ ਨੂੰ ਕੰਪਲੇਂਟਸ ਆਈਆਂ ਨੇ ਉਹ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈ, ਉਹਨਾਂ ਦਾ ਕੋਈ ਆਧਾਰ ਨਹੀਂ ਹੈ। ਇਹ ਸਾਰੀਆਂ ਇੱਕ ਤਰੀਕੇ ਦੇ ਨਾਲ ਮੈਲਾਫਾਈਡ ਮੋਟੀਵੇਟਡ ਕੰਪਲੇਂਟਸ ਨੇ, ਕੋਈ ਟਰੁਥ ਨਹੀਂ ਹੈ ਉਹਨਾਂ ਦੇ ਵਿੱਚ। ਪਰ ਜੇ ਆਪਾਂ ਉਹਨਾਂ ਨੂੰ ਨਹੀਂ ਭੇਜਦੇ, ਆਪਾਂ ਕਿਸੇ ਹੋਰ ਆਧਾਰਾਂ ਦੇ ਉੱਤੇ ਉਹਨਾਂ ਨੂੰ ਜਵਾਬ ਦਿੰਦੇ ਆ, ਤਾਂ ਫਿਰ ਇੱਕ ਸਕੈਪਟਿਕ ਜਾਂ ਇੱਕ ਫਿਸ਼ੀ ਜਾਂ ਇੱਕ ਮਿਊਚੁਅਲ ਡਿਸਟਰਸਟ ਦਾ ਮਾਹੌਲ ਤਾਂ ਘੱਟੋ ਘੱਟ ਜ਼ਰੂਰ ਬਣੇਗਾ। ਸੁਰਿੰਦਰ ਜੀ ਬਿਲਕੁਲ, ਕਿਉਂਕਿ ਮੁੱਦਾ ਗੰਭੀਰ ਹੈ, ਨਾਲੇ ਪਹਿਲੀ ਵਾਰ ਨਹੀਂ, ਪਰ ਇਸ ਤਰੀਕੇ ਨਾਲ ਜਗਮੋਹਨ ਜੀ ਲੜਾਈ ਜਨਤਕ ਕਰ ਦੇਣੀ, ਮਤਲਬ ਆਮੋ ਸਾਹਮਣੇ ਹੀ ਹੋ ਗਏ ਨੇ। ਇੱਧਰੋਂ ਪ੍ਰੋਹਿਤ ਜੀ ਗਵਰਨਰ ਸਾਹਿਬ ਤੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ, ਕਿਤੇ ਨਾ ਕਿਤੇ ਤਾਂ ਗੱਲ ਤਾਂ ਪੰਜਾਬ ਤੇ ਆ ਕੇ ਟੁਕਦੀ ਹੈ ਨਾ ਕਿ ਸਫਰ ਕੌਣ ਕਰੇਗਾ। ਹੁਣ ਇਸ ਲੜਾਈ ਦੇ ਵਿੱਚ ਸਫਰ ਕਿੰਨੇ ਕਰ ਰਿਹਾ? ਸਫਰ ਪੰਜਾਬ ਨਹੀਂ ਕਰਨਾ ਹੈ। ਕਿਸੇ ਚੀਜ਼ ਦਾ ਇਨੀਸ਼ੀਏਟਿਵ ਲੈਣਾ, ਸਰਕਾਰ ਵੱਲੋਂ ਇਨੀਸ਼ੀਏਟਿਵ ਲੈਣਾ, ਕੋਈ ਚੀਜ਼ ਵਧੀਆ, ਮੰਨ ਲਓ ਮੈਂ ਬਦਲਾਵ ਚਾਹਨਾ, ਆਪਾਂ ਸਰਕਾਰ, ਇਹਦਾ ਮਤਲਬ ਇਹ ਨਹੀਂ ਮੈਂ ਕਿ ਆਮ ਆਦਮੀ ਪਾਰਟੀ ਦਾ ਬੁਲਾਰਾ ਬੈਠਾ, ਪਰ ਇਹ ਗੱਲ ਜ਼ਰੂਰ ਹੈ ਕਿ ਅਗਰ ਮੈਂ ਬਦਲਾਵ ਲਿਆਣਾ ਹੈ ਜਗਮੋਹਨ ਜੀ, ਉਹ ਬਦਲਾਵ ਇਸੇ ਤਰੀਕੇ ਨਾਲ ਹੀ ਆਏਗਾ ਨਾ ਕਿ ਜਦੋਂ ਮੈਂ ਲਕੀਰ ਤੋਂ ਹਟ ਕੇ ਗੱਲ ਕਰਾਂਗਾ। ਹਾਲਾਂਕਿ ਸਵਾਲ ਇਹਨਾਂ ਤੇ ਵੀ ਬਹੁਤ ਨੇ। ਮੈਨੂੰ ਲੱਗਦਾ ਕਿ ਅਗਰ ਗਵਰਨਰ ਜੀ ਇਹ ਪੁੱਛਦੇ ਕਿ ਸਿਕਿਉਰਿਟੀ ਨੂੰ ਲੈ ਕੇ ਪੁੱਛਦੇ, ਜਿਸ ਦਾ ਆਪਾਂ ਮੈਂ ਆਮ ਆਦਮੀ ਪਾਰਟੀ ਬੁਲਾਰਾ ਉਹਨਾਂ ਨੂੰ ਵੀ ਪੁੱਛਿਆ ਸੀ ਵੀ ਸਿਕਿਉਰਿਟੀ ਦਾ ਦੱਸ ਦਿਓ ਕਿ 15 ਬੰਦੇ ਸੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ, ਕਿ ਉਹ 40 ਕਿਵੇਂ ਕਰ ਦਿੱਤੇ, ਕਿਹੜੀ ਇਹੋ ਜਿਹੀ ਸੁਰੱਖਿਆ? ਸਮਝ ਆਉਂਦੀ ਹੈ। ਪਰ ਇਹ ਜਿਹੜੀ ਤੁਸੀਂ ਡਿਵੈਲਪਮੈਂਟ ਪੁਆਇੰਟ ਆਫ ਵਿਊ ਨਾਲ, ਕਿਉਂਕਿ ਇਹ ਸਵਾਲ ਤਾਂ ਇਹ ਨੇ ਨਾ, ਕਿਉਂਕਿ ਜਿਹੜੇ ਪ੍ਰਿੰਸੀਪਲ ਬਾਹਰ ਭੇਜੇ ਨੇ ਇਹ ਵੀ ਸਗੋਂ ਤਾਂ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਮੈਨੂੰ ਲੱਗਦਾ ਕਿ ਬਹੁਤ ਹੀ ਵਧੀਆ ਇਹ ਕਦਮ ਸੀ, ਸ਼ਲਾਘਾਯੋਗ ਕਦਮ ਸੀ। ਬਾਹਰ ਜਾਣਗੇ, ਕੁਝ ਨਵੀਆਂ ਚੀਜ਼ਾਂ ਲੈ ਕੇ ਆਣਗੇ। ਇੱਥੇ ਤਾਂ ਆਪਾਂ ਦੇਖੀਏ ਸਰਕਾਰੀ ਸਕੂਲਾਂ ਦਾ ਜਿਹੜਾ ਅਧਿਆਪਕ ਹੈ ਉਹਨਾਂ ਦਾ ਕੀ ਹਾਲ ਹੈ। ਕੁਝ ਤਕਨੀਕੀ ਕਾਰਨਾਂ ਦੀ ਵਜ੍ਹਾ ਨਾਲ ਪ੍ਰੋਫੈਸਰ ਸਾਹਿਬ ਨਾਲ ਸਾਡਾ ਸੰਪਰਕ ਟੁੱਟ ਗਿਆ, ਪਰ ਉਧਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਹੈ। ਕੀ ਕੁਝ ਕਿਹਾ ਉੱਥੇ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਦੋ ਇਸ਼ੂ ਹੈ। ਇੱਕ ਤੇ ਜਿਸ ਤਰ੍ਹਾਂ ਅਹਿਬਾਬ ਜੀ ਨੇ ਦੱਸਿਆ, ਜਿਹੜੀ ਜ਼ਿਆਦਤੀ ਭਾਜਪਾ ਕਰ ਰਹੀ ਹੈ ਅਡਾਨੀ ਨੂੰ ਬਚਾਉਣ ਲਈ, ਲੇਕਿਨ ਉਸ ਤੋਂ ਵੀ ਇੱਕ ਪਹਿਲਾਂ ਕੱਲ ਜਿਹੜਾ ਗਵਰਨਰ ਸਾਹਿਬ ਨੇ ਜਿਸ ਅਨਡੈਮੋਕ੍ਰੈਟਿਕ ਤਰੀਕੇ ਨਾਲ
ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਅਫੇਅਰਸ 'ਚ ਇੰਟਰਫੇਅਰ ਕੀਤਾ ਹੈ, ਉਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਜਾਣੂ ਕਰਾਉਣਾ ਸਾਡਾ ਫਰਜ਼ ਬਣਦਾ ਹੈ। ਪੰਜਾਬ ਦੇ ਮਾਣਯੋਗ ਗਵਰਨਰ ਸਾਹਿਬ ਨੇ ਇਹ ਜ਼ਿਕਰ ਕੀਤਾ ਹੈ ਕਿ ਅੰਡਰ ਆਰਟੀਕਲ 157 ਗਵਰਨਰ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਤੋਂ ਜਵਾਬ ਤਲਬੀ ਕਰ ਸਕਦੇ ਆ। ਲੇਕਿਨ ਮੈਂ ਗਵਰਨਰ ਸਾਹਿਬ ਨੂੰ ਇੱਥੇ ਦਰੁਸਤ ਕਰਨਾ ਚਾਹੂੰਗਾ, not only honorable governor, even ਮਾਣਯੋਗ ਮੁੱਖ ਮੰਤਰੀ ਪੰਜਾਬ, both are accountable for the Constitution of India। ਕਿਸੇ ਇੰਡੀਵਿਜੂਅਲ ਦੇ ਵਾਸਤੇ ਕੋਈ ਜਵਾਬਦੇਹ ਨਹੀਂ ਹੈ। ਇਹ ਦੇਸ਼ ਜਿਹੜਾ ਹੈ ਇਹ ਸੰਵਿਧਾਨ ਦੇ ਹਿਸਾਬ ਨਾਲ ਚੱਲਦਾ ਹੈ। ਐਂਡ ਗਵਰਨਰ ਸਾਹਿਬ will act on the aid and advice council of ministers। ਗਵਰਨਰ ਸਾਹਿਬ ਨੂੰ ਇਹ ਆਰਟੀਕਲ 163 ਕਹਿੰਦਾ ਹੈ। ਇਹ ਗੱਲ ਮੈਂ ਮੰਨਦਾ ਉਹਨਾਂ ਦੀ ਕਿ ਆਰਟੀਕਲ 157 ਦੇ ਹਿਸਾਬ ਨਾਲ ਉਹਨਾਂ ਨੇ ਕਹਿਤਾ ਕਿ ਸੀਐਮ ਸਾਹਿਬ ਅਕਾਊਂਟੇਬਲ ਹੈ, ਲੇਕਿਨ ਮੈਂ ਉਹਨਾਂ ਨੂੰ ਦਰੁਸਤ ਕਰਾਂ। ਪਹਿਲੀ ਗੱਲ ਤੇ ਮੁੱਖ ਮੰਤਰੀ ਜੀ ਹੋਣ ਚਾਹੇ ਗਵਰਨਰ ਸਾਹਿਬ ਹੋਣ, both are accountable for the Constitution of India। Secondly, under article 163 governor sahab will act on the aid and advice council of ministers। ਗਵਰਨਰ ਸਾਹਿਬ ਮੋਰਲ ਹੈਡ ਹੈ। ਗਵਰਨਰ ਸਾਹਿਬ ਨੂੰ ਕੋਈ ਇਸ ਤਰੀਕੇ ਨਾਲ ਚੁਣੀ ਹੋਈ ਸਰਕਾਰ ਦੇ ਕੰਮਕਾਜ ਔਰ ਖਾਸ ਕਰ ਡੇ ਟੂ ਡੇ ਅਫੇਅਰਸ ਇੰਟਰਫੇਅਰ ਕਰਨ ਦਾ ਕੋਈ ਅਧਿਕਾਰ ਨਹੀਂ। ਔਰ ਮੈਂ ਜ਼ਿਕਰ ਕਰੂੰਗਾ ਇੱਥੇ ਇੱਕ ਕੇਸ ਹੈ ਸ਼ਮਸ਼ੇਰ ਸਿੰਘ ਵਰਸਸ ਸਟੇਟ ਆਫ ਪੰਜਾਬ। ਸੁਪਰੀਮ ਕੋਰਟ ਨੇ ਇੱਥੇ ਬੜਾ ਕਲੈਰੀਫਾਈ ਕੀਤਾ ਹੈ ਔਰ ਸਪਿਰਿਟ ਆਫ ਕਨਸਟੀਟਿਊਸ਼ਨ ਵੀ ਇਹ ਕਹਿੰਦੀ ਆ ਗਵਰਨਰਸ ਰੋਲ ਇਜ਼ ਅਸਿਸਟ ਟੂ ਚੀਫ ਮਿਨਿਸਟਰ ਆਫ ਸਟੇਟ ਐਂਡ ਡਰਾਫਟਿੰਗ ਕਮੇਟੀ ਸੀ ਜਿਹੜੀ ਸਾਡੀ ਕਨਸਟੀਟਿਊਸ਼ਨ ਦੀ, ਔਰ ਉਹਦੇ ਹੈੱਡ ਸੀ ਡਾਕਟਰ BR ਅੰਬੇਡਕਰ ਸਾਹਿਬ, ਜਿਨ੍ਹਾਂ ਦੀ ਬਦੌਲਤ ਅਸੀਂ ਇਸ ਆਜ਼ਾਦੀ ਦੇ ਦੌਰਾਨ ਸੰਵਿਧਾਨ ਦਾ ਨਿੱਘ ਮਾਣ ਰਹੇ ਹਾਂ। ਅੰਬੇਡਕਰ ਸਾਹਿਬ ਨੇ ਡਰਾਫਟਿੰਗ ਕਮੇਟੀ 'ਚ ਕਿਹਾ the drafting committee felt as everybody in the house knows that the governor is not to have any kind of function, to use a similar phraseology, no function which is required to discharge either in his discretion or in his individual judgment according to the principle of constitution। ਇਹ ਗੱਲ ਨੋਟ ਕਰਨ ਵਾਲੀ ਆ। ਅੰਬੇਡਕਰ ਸਾਹਿਬ ਇਹ ਗੱਲ ਕਹਿ ਰਹੇ ਆ ਅਕਾਰਡਿੰਗ ਟੂ ਦਾ ਪ੍ਰਿੰਸੀਪਲ ਆਫ ਦਾ ਕਨਸਟੀਟਿਊਸ਼ਨ ਹੀ ਇਜ਼ ਰਿਕੁਆਇਰਡ ਟੂ ਫੋਲੋ ਦਾ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ। ਇਹ ਡੈਮੋਕ੍ਰੇਸੀ ਆ, ਇਹ ਪ੍ਰਜਾਤੰਤਰ ਹੈ। ਇੱਕ ਬੜਾ ਵੱਡਾ ਸਵਾਲ ਹੈ ਮੇਰਾ ਬੀਜੇਪੀ ਨੂੰ ਔਰ ਗਵਰਨਰ ਸਾਹਿਬ ਨੂੰ, ਜਿੱਥੇ ਨਾਨ ਬੀਜੇਪੀ ਸਰਕਾਰ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਪੰਜਾਬ ਨੂੰ ਛੱਡ ਦਿਓ ਤੁਸੀਂ, ਇਹ ਕਹਿੰਦੇ ਦਿੱਲੀ ਨੂੰ ਵੀ ਮੈਂ ਛੱਡਿਆ। ਸਾਡੀ ਆਮ ਆਦਮੀ ਪਾਰਟੀ ਦੀ ਦਿੱਲੀ ਔਰ ਪੰਜਾਬ ਸਰਕਾਰ ਹੈ ਨਾ। ਵੈਸਟ ਬੰਗਾਲ ਕਿਹੜੀ ਸਾਡੀ ਸਰਕਾਰ ਹੈ, ਕੇਰਲਾ ਕਿਹੜੀ ਸਾਡੀ ਸਰਕਾਰ ਹੈ, ਤਾਮਿਲਨਾਡੂ ਕਿਹੜੀ ਸਾਡੀ ਸਰਕਾਰ ਹੈ, ਔਰ ਮਹਾਰਾਸ਼ਟਰ ਚ ਜਿਹੜੇ ਗਵਰਨਰ ਹੁਣ ਹਟਾਏ ਗਏ ਆ ਉੱਥੇ ਸਰਕਾਰ ਨੇ ਖੁਸ਼ੀ ਮਨਾਈ ਹੈ। ਇਹ ਵੱਡਾ ਸਵਾਲ ਹੈ ਤੁਹਾਡੇ ਰਾਹੀਂ ਭਾਜਪਾ ਨੂੰ ਔਰ ਗਵਰਨਰ ਸਾਹਿਬ ਨੂੰ ਮੇਰਾ ਕਿ ਜਿੱਥੇ ਨਾਨ ਬੀਜੇਪੀ ਗਵਰਨਮੈਂਟਸ ਹੈ ਉੱਥੇ ਹੀ ਗਵਰਨਰ ਇਸ ਤਰ੍ਹਾਂ ਦੀ ਇੰਟਰਫੇਅਰ ਕਿਉਂ ਕਰ ਰਿਹਾ। ਐਂਡ ਡੇ ਟੂ ਡੇ ਅਫੇਅਰਸ ਕੀ ਪੰਜਾਬ ਦੇ ਬੱਚਿਆਂ ਨੂੰ, ਕੀ ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆ ਤੇ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈ? ਕੀ ਗੁਨਾਹ ਕੀਤਾ ਮੁੱਖ ਮੰਤਰੀ ਜੀ ਨੇ? ਜੇ ਅੱਜ ਸਿੰਗਾਪੁਰ ਦੁਨੀਆ 'ਚ ਮੰਨਿਆ ਪ੍ਰਮੰਨਿਆ ਸਟੱਡੀ ਦਾ ਹੱਬ ਹੈ, ਵਰਲਡ ਸਤਰ ਦੀ ਐਜੂਕੇਸ਼ਨ ਉੱਥੇ ਪੜ੍ਹਾਈ ਜਾਂਦੀ ਦਿੱਤੀ ਜਾਂਦੀ ਆ, ਜੇ ਪੰਜਾਬ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ, ਪੰਜਾਬ ਦੇ ਟੀਚਰ ਸਾਹਿਬਾਨਾਂ ਨੂੰ, ਪੰਜਾਬ ਦੇ ਬੱਚਿਆਂ ਦਾ ਸਿੱਖਿਆ ਦਾ ਪੱਧਰ ਦੁਨੀਆ ਦੇ ਸਤਰ ਤੇ ਲਿਜਾਣ ਵਾਸਤੇ ਜੇ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਸਰਕਾਰ ਨੇ ਕੀਤਾ ਆ ਤੇ ਇਹ 'ਚ ਕਿਹੜਾ ਗੁਨਾਹ ਕੀਤਾ? ਕੀ ਅਨਕਨਸਟੀਟਿਊਸ਼ਨਲ ਹੈ? ਕੀ ਅਸੰਵਿਧਾਨਿਕ ਹੈ? ਦੂਜੀ ਗੱਲ, ਕਿਆ ਪੰਜਾਬ ਦੇ ਉਹ ਗਰੀਬ ਬੱਚੇ, ਅੱਜ ਦਾ ਹੀ ਮੈਂ ਆਰਟੀਕਲ ਅੱਜ ਹੀ ਦਿਖਾ ਦਿੰਦਾ, ਅੱਜ ਹੀ ਖਬਰਾਂ ਲੱਗੀਆਂ ਕਈ ਇੰਗਲਿਸ਼ ਨਿਊਜ਼ਪੇਪਰਾਂ 'ਚ, ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ
JEE, IIT, UPSC, IIM, ਜਿੱਥੇ ਰੇੜੀ ਵਾਲੇ, ਆਪਣੇ ਰਿਕਸ਼ੇ ਵਾਲੇ, ਦਿਹਾੜੀਦਾਰ, ਮਜ਼ਦੂਰਾਂ ਦੇ ਬੱਚੇ ਇਹ ਐਗਜ਼ਾਮ 'ਚ ਕੰਪੀਟ ਕਰ ਰਹੇ ਆ, ਪਾਸ ਕਰ ਰਹੇ ਆ। ਔਰ ਅੱਜ ਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਡਿਸੇਬਲ ਬੱਚੇ ਜਿਹੜੇ ਅੱਖਾਂ 'ਚੋਂ ਦੇਖ ਨਹੀਂ ਸਕਦੇ ਸੀ, ਅਰਵਿੰਦ ਕੇਜਰੀਵਾਲ ਜੀ ਦੇ ਸਕੂਲਾਂ 'ਚ ਪੜ੍ਹ ਕੇ JEE ਜਿਹੜਾ ਐਗਜ਼ਾਮ ਪਾਸ ਕੀਤਾ, ਉਹਨਾਂ ਨੇ ਟੌਪ ਕੀਤਾ ਹੈ। ਕਿਆ ਪੰਜਾਬ ਦੇ ਬੱਚਿਆਂ ਨੂੰ ਅਧਿਕਾਰ ਨਹੀਂ ਹੈ? ਕਿਆ ਪੰਜਾਬ ਦੇ ਬੱਚੇ ਅੱਛੀ ਐਜੂਕੇਸ਼ਨ ਨਹੀਂ ਲੈ ਸਕਦੇ? ਔਰ ਇਹ ਕੀ ਅੱਜ ਤੱਕ ਕਿਹੜੇ ਸਟੇਟ 'ਚ ਇਸ ਤਰੀਕੇ ਨਾਲ ਇੰਟਰਫੇਅਰ ਕੀਤਾ ਹੈ? ਗਵਰਨਰ ਨੇ ਮੈਨੂੰ ਐਗਜ਼ਾਮਪਲ ਦੱਸ ਦੇਣ ਪੰਜਾਬ 'ਚ ਕਦੋਂ ਇਸ ਤਰੀਕੇ ਨਾਲ ਡੇ ਟੂ ਡੇ ਅਫੇਅਰ 'ਚ ਸਰਕਾਰ ਦੇ ਗਵਰਨਰ ਜਿਹੜਾ ਹੈ ਉਹ ਇੰਟਰਫੇਅਰ ਕਰਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਇੱਕ ਆਟੋਨਮੀ ਹੈ, ਆਟੋਨੋਮਸ ਬਾਡੀ ਹੈ। ਉਸ ਆਟੋਨੋਮੀ ਬਾਡੀ ਨੇ ਇੱਕ ਉੱਘੇ ਸਾਇੰਟਿਸਟ ਨੂੰ ਜੇ ਵਾਈਸ ਚਾਂਸਲਰ ਲਾਤਾ ਤੇ ਗਵਰਨਰ ਸਾਹਿਬ ਨੂੰ ਕਾਹਦੀ ਤਕਲੀਫ ਹੋਈ? ਕੀ ਗਵਰਨਰ ਸਾਹਿਬ ਜਵਾਬਦੇਹ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ? ਜੇ ਗਵਰਨਰ ਸਾਹਿਬ ਨੇ ਰਾਜਨੀਤੀ ਕਰਨੀ ਹੈ, ਮੈਂ ਬੜਾ ਸਪਸ਼ਟ ਕਹਿਣਾ ਹੈ, ਗਵਰਨਰ ਸਾਹਿਬ ਇਲੈਕਟੋਰਲ ਪੋਲਿਟਿਕਸ 'ਚ ਆ ਜਾਓ। ਇਹ ਬਿਹਾਈਂਡ ਦਾ ਕਰਟਨ ਇਸ ਤਰੀਕੇ ਨਾਲ ਅਸੀਂ ਜਰਾਂਗੇ ਨਹੀਂ। ਪੰਜਾਬ ਦੇ ਲੋਕਾਂ ਨੇ ਇਸ ਸੰਵਿਧਾਨ ਵਾਸਤੇ, ਇਸ ਆਜ਼ਾਦੀ ਦਾ ਨਿੱਘ ਮਾਣਨ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਅਸੀਂ ਕੁਰਬਾਨੀ ਦਾ, ਅਸੀਂ ਆਜ਼ਾਦੀ ਦਾ, ਅਸੀਂ ਸੰਵਿਧਾਨ ਦਾ ਮਹੱਤ ਜਿਹੜਾ ਆ ਉਹ ਸਮਝਦੇ ਆ, ਜਾਣਦੇ ਆ। ਇਸ ਕਰਕੇ ਇਸ ਤਰੀਕੇ ਨਾਲ ਜਿਹੜਾ ਤਾਨਾਸ਼ਾਹੀ ਫਰਮਾਨ ਜਿਹੜਾ ਆਖੇ ਜੀ ਇਹਨਾਂ ਨੇ ਫਲਾਣੇ ਅਫਸਰ ਨੂੰ ਪ੍ਰਮੋਟ ਕਰਤਾ, ਇਹਨਾਂ ਨੇ ਜੀ ਫਲਾਣੇ ਅਫਸਰ ਨੂੰ ਉੱਥੇ ਡਿਊਟੀ ਲਗਾਤੀ, ਫਲਾਣਾ ਕਮਿਸ਼ਨਰ ਲਗਾਤਾ। ਮੈਂ ਗਵਰਨਰ ਸਾਹਿਬ ਨੂੰ ਤੁਹਾਡੇ ਰਾਹੀਂ ਸਵਾਲ ਕਰਦਾ, ਜਿਹੜਾ ਬੰਦਾ ਅਕਿਊਜ਼ਡ ਹੈ, ਹੀ ਇਜ਼ ਨਾਟ ਕਨਵਿਕਟਡ, क्या ਜਿਹੜਾ ਗਵਰਨਰ ਸਾਹਿਬ ਕੋ ਕੋਈ ਅਥਾਰਟੀ ਹੈ ਕਿਸੇ ਬੰਦੇ ਤੇ ਅਗਰ ਕੋਈ ਝੂਠੇ ਸੱਚੇ ਐਲੀਗੇਸ਼ਨ ਲੱਗ ਗਏ ਉਹਨੂੰ ਕਨਵਿਕਟ ਸਾਬਿਤ ਕਰ ਦੇਣ? ਪੰਜਾਬ ਸਰਕਾਰ ਨੇ ਡਿਊ ਪ੍ਰੋਸੈਸ ਫਾਲੋ ਕੀਤਾ ਹੈ, ਜਿਹੜੇ ਅਫਸਰ ਦੀ ਅਪਾਇੰਟਮੈਂਟ ਕੀਤੀ ਆ, ਜਿਹੜੇ ਚੇਅਰਮੈਨ ਦੀ ਅਪਾਇੰਟਮੈਂਟ ਕੀਤੀ ਆ। ਤੁਸੀਂ ਕੌਣ ਹੁੰਦੇ ਹੋ ਕਿਸੇ ਵੀ ਬੰਦੇ ਤੇ ਐਲੀਗੇਸ਼ਨ ਦੇ ਆਧਾਰ ਤੇ ਜੁਰਮ ਸਾਬਿਤ ਕਰਨ ਵਾਲੇ? ਕਿਆ ਗਵਰਨਰ ਸਾਹਿਬ ਨੂੰ ਇਹ ਕੋਈ ਅਧਿਕਾਰ ਹੈ? ਇੱਥੇ ਦੇਸ਼ ਦੀ ਸਰਕਾਰ, ਭਾਜਪਾ ਦੀ ਸਰਕਾਰ, ਮੋਦੀ ਸਾਹਿਬ ਦੀ ਕੈਬਨਿਟ 'ਚ ਉਹ ਬੰਦੇ ਬੈਠੇ ਆ ਜਿਨ੍ਹਾਂ ਦੇ ਬੱਚਿਆਂ ਨੇ ਦਿਨ ਦਿਹਾੜੇ ਕਿਸਾਨਾਂ ਦਾ ਕਤਲੇਆਮ ਕੀਤਾ ਹੈ। ਅੱਜ ਤੱਕ ਮੋਦੀ ਸਾਹਿਬ ਨੇ ਉਹਨਾਂ ਨੂੰ ਕੈਬਨਿਟ 'ਚੋਂ ਬਾਹਰ ਨਹੀਂ ਕੀਤਾ। ਇਹ ਕੀ ਤਰੀਕਾ ਹੈ? ਇਸ ਕਰਕੇ ਗਵਰਨਰ ਸਾਹਿਬ ਨੂੰ ਸੰਵਿਧਾਨ ਦੀ ਮਰਿਆਦਾਵਾਂ, ਜਿਹੜਾ ਸਾਡਾ ਇੱਕ ਸਿਸ਼ਟਾਚਾਰ ਹੈ, ਜਿਹੜਾ ਸਾਡਾ ਇੱਕ ਤਰੀਕਾ ਹੈ ਸਟੇਟ ਨੂੰ ਚਲਾਉਣ ਦਾ, ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਔਰ ਇਹ ਕਹਿ ਰਹੇ ਜੀ ਆਖਿਰ ਸੀਐਮ ਸਾਹਿਬ ਨੇ ਟਵੀਟ ਕਰਕੇ ਆਨਸਰ ਦਿੱਤਾ ਹੈ, ਸਵਾਲਾਂ ਦਾ ਜਵਾਬ ਦਿੱਤਾ ਹੈ, ਤੇ ਗਵਰਨਰ ਸਾਹਿਬ ਨੇ ਜਿਹੜਾ ਮੀਡੀਆ ਚਿੱਠੀ ਭੇਜ ਕੇ ਇਹ ਕਿਹੜੀ ਪद्धਤੀ ਅਪਣਾਈ ਹੈ? ਦੱਸੋ, ਇਹ ਕਿਹੜੀ ਰੀਤ ਅਪਣਾਈ ਹੈ ਗਵਰਨਰ ਸਾਹਿਬ ਨੇ? ਕਿ ਗਵਰਨਰ ਸਾਹਿਬ ਚੀਫ ਮਿਨਿਸਟਰ ਆਫਿਸ ਨਾਲ ਗੱਲਬਾਤ ਨਹੀਂ ਕਰ ਸਕਦੇ ਸੀ? ਦੇਖੋ ਇਹ ਗੱਲ ਬੜੀ ਸਪਸ਼ਟ ਹੈ, ਪੰਜਾਬ ਦੇ ਲੋਕ ਦੇਖ ਰਹੇ ਆ ਕਿ ਭਾਜਪਾ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਬਣਦੀਆਂ, ਜਿੱਥੇ ਜਿੱਥੇ ਇਹਨਾਂ ਨੂੰ ਲੋਕ ਨਕਾਰ ਦਿੰਦੇ ਆ, ਜਿੱਥੇ ਜਿੱਥੇ ਇਹ ਡੈਮੋਕ੍ਰੈਟਿਕਲੀ ਇਗਨੋਰ ਕੀਤੇ ਜਾਂਦੇ ਆ, ਉੱਥੇ ਇਸੇ ਤਰੀਕੇ ਨਾਲ ਤਾਨਾਸ਼ਾਹੀ ਰੂਪ ਅਖਤਿਆਰ ਕਰਦੇ ਆ। ਆਪਾਂ ਰੀਸੈਂਟਲੀ ਦੇਖ ਲਓ ਦਿੱਲੀ 'ਚ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਆਮ ਆਦਮੀ ਪਾਰਟੀ ਕਾਰਪੋਰੇਸ਼ਨ ਜਿੱਤੀ ਆ। ਲਗਾਤਾਰ 3 ਵਾਰ ਤੋਂ ਮੇਅਰ ਦਾ ਜਿਹੜਾ ਇਲੈਕਸ਼ਨ ਹੈ ਉਹ ਪੋਸਟਪੋਨ ਕੀਤਾ ਜਾ ਰਿਹਾ। ਇਹ ਜ਼ੈਦਤੀ ਨਹੀਂ ਹੈ, ਇਹ ਅਨਕਨਸਟੀਟਿਊਸ਼ਨਲ ਹੈ। ਇਸ ਤਰੀਕੇ ਨਾਲ ਦੇਸ਼ ਨਹੀਂ ਚੱਲੂਗਾ ਕਿ ਜੇ ਤੁਹਾਨੂੰ ਲੋਕਾਂ ਨੇ ਬਹੁਮਤ ਨਹੀਂ ਦਿੱਤਾ ਤੇ ਤੁਸੀਂ ਆਪਣੇ ਜਿਹੜੇ ਗਵਰਨਰ ਸਾਹਿਬਾਨ ਹੈ, ਲੈਫਟੀਨੈਂਟ ਗਵਰਨਰ ਸਾਹਿਬਾਨ ਹੈ, ਉਹਨਾਂ ਦਾ ਮਿਸਯੂਜ਼ ਕਰਕੇ ਉਹਨਾਂ ਦੀ ਪਾਵਰਾਂ ਦਾ ਇੱਕ ਚੁਣੀ ਹੋਈ ਸਰਕਾਰ ਦੇ ਕੰਮਕਾਜ 'ਚ ਦਖਲਅੰਦਾਜ਼ੀ ਦਊਂਗੇ, ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਇਹ ਜਿਹੜੀ ਰੀਤ ਜਿਹੜੀ ਆਪਣਾ ਗਵਰਨਰ ਸਾਹਿਬ ਅਪਣਾ ਰਹੇ ਆ, ਇਹ ਡੈਮੋਕ੍ਰੇਸੀ ਲਈ, ਪ੍ਰਜਾਤੰਤਰ ਲਈ, ਕਨਸਟੀਟਿਊਸ਼ਨ ਦੀ ਸਪਿਰਿਟ ਲਈ ਮੈਂ ਸਭ ਤੋਂ ਵੱਡੀ ਗੱਲ ਇੱਥੇ ਕਹਿਣਾ ਚਾਹੁੰਦਾ ਕਿ ਸਪਿਰਿਟ ਆਫ ਕਨਸਟੀਟਿਊਸ਼ਨ ਸਮਝੋ। ਅਗਰ ਜੇ ਗਵਰਨਰਾਂ ਨੇ ਹੀ ਦੇਸ਼ ਚਲਾਉਣਾ ਸੀ ਤੇ ਫਿਰ ਆਜ਼ਾਦੀ ਵਾਸਤੇ ਇੰਨੀਆਂ ਕੁਰਬਾਨੀਆਂ ਕਰਨ ਦੀ ਕੀ ਲੋੜ ਸੀ? ਗਵਰਨਰ ਪੈਰਲਰ ਸਰਕਾਰ ਨਹੀਂ ਚਲਾ ਸਕਦੇ। ਗਵਰਨਰ ਇਜ਼ ਏ ਕਨਸਟੀਟਿਊਸ਼ਨਲ ਹੈਡ, ਅਸੀਂ ਜਾਣਦੇ ਹਾਂ, ਲੇਕਿਨ ਡੇ ਟੂ ਡੇ ਅਫੇਅਰਸ ਦਖਲਅੰਦਾਜ਼ੀ ਬਿਲਕੁਲ ਨਹੀਂ ਕਰ ਸਕਦੇ। ਇਹ ਵੀ ਸਾਡਾ ਸੰਵਿਧਾਨ ਉਹਦੀ ਸਪਿਰਿਟ ਕਹਿੰਦੀ ਹੈ। ਸੰਵਿਧਾਨ ਨੇ ਹੀ ਜਿਹੜੀ ਕਾਉਂਸਲ ਆਫ ਮਿਨਿਸਟਰਸ ਹੈ, ਕੈਬਨਿਟ ਹੈ, ਜਿਹਦੇ ਹੈਡ ਚੀਫ ਮਿਨਿਸਟਰ ਹੈ, ਉਹਨੂੰ ਇੰਪਾਵਰ ਕੀਤਾ ਹੈ ਅੰਡਰ ਆਰਟੀਕਲ 163। ਆ ਦੇਖ ਰਹੇ ਆਪਾਂ ਜਿਸ ਤਰੀਕੇ ਨਾਲ ਅਡਾਨੀ ਨੇ ਦੇਸ਼ ਦਾ ਸਤਿਆਨਾਸ਼ ਕੀਤਾ ਹੈ। ਔਰ 2 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ। ਤਕਲੀਫ ਇਹ ਆ, ਮੇਰੇ ਨਾਲ ਡਾਕਟਰ ਸੰਨੀ ਆਹਲੂਵਾਲੀਆ ਜੀ ਬੈਠੇ ਆ ਸਾਡੇ,
ਇਹਨਾਂ ਦੀ ਅਗਵਾਈ 'ਚ ਹਰਚੰਦ ਬਰਸਟ ਸਾਹਿਬ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ 2 ਦਿਨ ਪਹਿਲਾਂ ਚੰਡੀਗੜ੍ਹ 'ਚ ਬਹੁਤ ਵੱਡਾ ਪ੍ਰੋਟੈਸਟ ਕੀਤਾ ਹੈ। ਮੈਂ ਇਹਨਾਂ ਨੂੰ ਕਹੂੰਗਾ ਐਕਸਪਲੇਨ ਕਰਨਗੇ ਕਿਸ ਅਨਡੈਮੋਕ੍ਰੈਟਿਕ ਤਰੀਕੇ ਨਾਲ ਗਵਰਨਰ ਸਾਹਿਬ ਦੀ ਪੁਲਿਸ ਨੇ ਸਾਡੇ ਤੇ ਅਤਿਆਚਾਰ ਕੀਤਾ। ਡਾਕਟਰ ਸਾਹਿਬ ਥੋੜਾ ਐਕਸਪਲੇਨ ਕਰੋ। ਧੰਨਵਾਦ ਕੰਗ ਸਾਹਿਬ। ਦੇਖੋ ਪਰਸੋਂ ਆਲ ਓਵਰ ਇੰਡੀਆ 'ਚ ਆਮ ਆਦਮੀ ਪਾਰਟੀ ਨੇ ਅਵੇਅਰਨੈਸ ਸਪਰੈਡ ਕਰਨ ਲਈ ਕਿ ਗੌਤਮ ਅਡਾਨੀ ਨੂੰ ਕਿਵੇਂ ਮੋਦੀ ਸਰਕਾਰ ਸਪੋਰਟ ਕਰ ਰਹੀ ਹੈ, ਔਰ ਇੰਨੀਆਂ ਚੀਜ਼ਾਂ ਐਕਸਪੋਜ਼ ਹੋਣ ਦੇ ਬਾਵਜੂਦ ਵੀ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਇੱਕ ਵੀ ਸਟੇਟਮੈਂਟ ਨਹੀਂ ਆਈ। ਕਈ ਫੋਟੋਆਂ ਤੁਸੀਂ ਦੇਖੀਆਂ, ਕਦੀ ਮੋਦੀ ਸਾਹਿਬ ਉਹਨਾਂ ਦੇ ਜਹਾਜ਼ 'ਚ ਹੁੰਦੇ, ਕਦੀ ਉਹ ਮੋਦੀ ਸਾਹਿਬ ਦੇ ਜਹਾਜ਼ 'ਚ ਹੁੰਦੇ। ਤੇ ਇਹ ਜਿਹੜਾ ਇਹਨਾਂ ਦਾ ਕੰਪਨਸੇਸ਼ਨ ਬਣਿਆ ਹੋਇਆ ਸੀਗਾ, ਜਿਹਨੂੰ ਕੰਪਨਸੇਟ ਕਰਨ ਲਈ ਇੱਕ ਹੀ ਬੰਦੇ ਨੂੰ ਬਾਰ-ਬਾਰ ਇੰਪਰੂਵ ਕੀਤਾ ਗਿਆ, ਉਹਦੀ ਕਹਿੰਦੇ ਆ ਕਿ ਵੀ 37,000 ਕਰੋੜ ਤੋਂ ਕਿੱਥੇ ਅੱਜ 13 ਲੱਖ ਕਰੋੜ ਜਿੰਨੀ ਉਹਦੀ ਜਾਇਦਾਦ ਵਧਾ ਦਿੱਤੀ ਗਈ। ਉਹ ਕਿਉਂ ਸਪੋਰਟ ਕਰਿਆ ਜਾ ਰਿਹਾ? ਜਿਹੜੇ ਦੇਸ਼ 'ਚ, ਆਪਣੇ ਦੇਸ਼ 'ਚ ਤਾਂ ਪ੍ਰਮੋਟ ਕਰਦੇ ਰਹੇ ਆ, ਜਿਹੜੇ ਦੇਸ਼ 'ਚ ਵੀ ਜਾਂਦੇ ਸੀ ਉੱਥੇ ਨਾਲ ਅਡਾਨੀ ਨੂੰ ਲੈ ਕੇ ਜਾਂਦੇ ਸੀ ਤਾਂ ਕਿ ਉਹਨੂੰ ਪ੍ਰਮੋਟ ਕੀਤਾ ਜਾਏ। ਸਭ ਤੋਂ ਪਹਿਲਾਂ ਪੂਰੇ ਦੇਸ਼ 'ਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਕਾਂਗਰਸ ਆਪਣੇ ਰਿਸ਼ਤੇਦਾਰਾਂ ਨੂੰ ਅਮੀਰ ਕਰਦੀ ਹੈ, ਮੋਦੀ ਸਰਕਾਰ ਆਪਣੇ ਯਾਰਾਂ ਦੋਸਤਾਂ ਨੂੰ ਅਮੀਰ ਕਰਦੀ ਹੈ। ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਜਨਰਲ ਲੋਕਾਂ ਦੀ ਗੱਲ ਕਰਦੀ ਹੈ, ਆਮ ਬੰਦੇ ਦੀ ਗੱਲ ਕਰਦੀ ਹੈ। ਉਹਦੇ ਤਹਿਤ ਇੱਕ ਪ੍ਰੋਟੈਸਟ ਕੀਤਾ ਗਿਆ ਔਰ ਗੌਤਮ ਅਡਾਨੀ ਦੀ ਲਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਨੂੰ ਘਿਰਾਵ ਕੀਤਾ ਗਿਆ। ਉਹ ਇਸ ਲਈ ਕੀਤਾ ਗਿਆ ਕਿ ਜਿੰਨੇ ਵੀ ਪੈਸੇ ਕਮਾਉਂਦੇ ਹੈ ਭਾਰਤੀ ਜਨਤਾ ਪਾਰਟੀ ਨੂੰ ਡਿਫਰੈਂਟ ਟਾਈਪ ਦੇ ਫੰਡ ਦਿੱਤੇ ਜਾਂਦੇ। ਇਹਨਾਂ ਦੀ ਜਿਹੜੀ ਜਦ ਇੱਕ ਅਮਰੀਕਨ ਏਜੰਸੀ ਨੇ ਇਹਨੂੰ ਐਕਸਪੋਜ਼ ਕੀਤਾ, ਪੂਰੇ ਦੇਸ਼ ਦੇ ਅੰਦਰ ਰੌਲਾ ਪਿਆ, ਪੂਰੇ ਵਿਦੇਸ਼ਾਂ 'ਚ ਰੌਲਾ ਪਿਆ ਕਿ ਕਿਵੇਂ ਮੌਰੀਸ਼ੀਅਸ 'ਚ ਜਾ ਕੇ 38 ਕੰਪਨੀਆਂ ਪ੍ਰਮੋਟ ਕਰਦੀਆਂ ਅਡਾਨੀ ਗਰੁੱਪ ਨੂੰ, ਔਰ ਕਿਸ ਹਿਸਾਬ ਨਾਲ ਇਹ ਐਕਸਪੋਜ਼ ਹੋਇਆ। ਜਦ ਅਸੀਂ ਦੇਸ਼ ਦੇ ਅੰਦਰ ਪ੍ਰੋਟੈਸਟ ਕੀਤਾ ਤੇ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਜਦ ਅਸੀਂ ਘਿਰਾਵ ਕਰਨ ਗਏ ਤੇ ਜਿਹੜੀ ਚੰਡੀਗੜ੍ਹ ਪੁਲਿਸ ਹੈ, ਜਿਹੜੀ ਕਿ ਗਵਰਨਰ ਸਾਹਿਬ ਦੇ ਅੰਡਰ ਆਉਂਦੀ ਹੈ, ਜਿਹੜੀ ਕਿ ਐਡਮਿਨਿਸਟ੍ਰੇਟਰ ਦੇ ਅੰਡਰ ਆਉਂਦੀ, ਇੰਨੀ ਬੁਰੀ ਤਰ੍ਹਾਂ ਸਾਡੇ ਯੂਥ ਦੇ ਬੈਠੇ ਨੇ ਬੋਰਡ ਦੇ ਚੇਅਰਮੈਨ, ਇਹਨਾਂ ਦੇ ਹੱਥ ਤੋੜਿਆ ਗਿਆ। ਇੱਧਰ ਰਾਜਗਿੱਲ ਮੈਡਮ ਬੈਠੀ ਹੈ, ਇਹਨਾਂ ਦਾ ਹੱਥ ਤੋੜਿਆ ਗਿਆ। ਸਾਡੀ ਪ੍ਰਭਜੋਤ ਕੌਰ ਮੈਡਮ ਬੈਠੀ ਹੈ, ਇਹਨਾਂ ਦੇ ਉੱਤੇ ਡੰਡੇ ਵਸਾਏ ਗਏ। ਸਾਡੇ ਸਾਰਿਆਂ ਦੇ ਉੱਤੇ ਡੰਡੇ ਮਾਰਨ ਤੋਂ ਬਾਅਦ ਇੰਨੇ ਬੁਰੇ ਤਰੀਕੇ ਨਾਲ ਬੈਰੀਕੇਡਿੰਗ ਖੋਲ ਕੇ ਸਾਡੇ ਉੱਤੇ ਡੰਡੇ ਮਾਰੇ ਗਏ ਬੁਰੀ ਤਰ੍ਹਾਂ, ਔਰ ਤੁਸੀਂ ਸਾਰਿਆਂ ਨੇ ਉਹ ਕਵਰ ਕੀਤਾ। ਕਿਸ ਹਿਸਾਬ ਨਾਲ ਸਾਡੇ ਜ਼ਿਆਦਾ 22 ਬੰਦੇ ਸਾਡੇ ਇੰਜਰਡ ਹੋਏ ਉਸ ਦਿਨ, 22 ਪੀਪਲ ਵਰ ਇੰਜਰਡ ਔਨ ਦੈਟ ਡੇ, ਔਰ ਉਸ ਦੇ ਬਾਵਜੂਦ ਸਾਡੇ ਅਗੇਂਸਟ ਇਹ ਜਿਹੜੀ ਲੀਗਲ ਫੋਰਸ ਹੈਗੀ ਹੈ ਉਹ ਸਾਡੇ ਅਗੇਂਸਟ FIR ਕਰਦੀ ਹੈ। ਔਰ ਉਸ FIR ਦੇ ਅੰਦਰ ਕੀ ਲਿਖਦੀ ਹੈ ਕਿ ਇਹਨਾਂ ਨੇ ਪੁਲਿਸ ਨੂੰ ਮਾਰਿਆ। ਤੁਸੀਂ ਤੁਹਾਡੇ ਕੈਮਰੇ ਨੇ ਸਭ ਕੁਝ ਰਿਕਾਰਡ ਕੀਤਾ, ਪੂਰੇ ਦੇਸ਼ 'ਚ ਪ੍ਰੋਟੈਸਟ ਹੋਇਆ, ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਹਰ ਇੱਕ ਜਗ੍ਹਾ ਤੇ ਕੁੱਟਿਆ ਗਿਆ, ਔਰ ਉਸ ਦੇ ਬਾਵਜੂਦ ਇਹ FIR, ਔਰ FIR ਦੇ ਅੰਦਰ ਇਹੋ ਜਿਹੇ ਦਫਾ ਲਿਖਿਆ ਕਿ ਸਾਨੂੰ ਹੁਣ ਨਾਨ ਬੇਲੇਬਲ ਉਹਨਾਂ ਨੇ FIR ਲਾਂਚ ਕਰਤੀ ਸਾਡੇ ਅਗੇਂਸਟ, ਔਰ ਕਹਿੰਦੇ ਕਿ ਇਹਨਾਂ ਨੇ ਸਾਰਾ ਕੁਝ ਇਲੀਗਲ ਕੀਤਾ। ਲੀਗਲ ਫੋਰਸ ਉਹ ਹੈ ਔਰ ਇਲੀਗਲ ਕੰਮ ਉਹ ਕਰਦੇ ਰਹੇ। ਡੰਡੇ ਸਾਡੇ ਬੰਦਿਆਂ ਤੇ ਮਾਰੇ, ਫ੍ਰੈਕਚਰ ਸਾਡੇ, ਸਾਨੂੰ ਦੱਸੋ ਉਹਨਾਂ ਦੇ ਕਿਹੜੇ ਬੰਦਿਆਂ ਦੇ ਫ੍ਰੈਕਚਰ ਹੋਏ, ਪਰ ਸਾਡੇ ਬੰਦਿਆਂ ਦੇ ਫ੍ਰੈਕਚਰ ਕਰਨ ਤੋਂ ਬਾਅਦ ਸਾਡੇ ਉੱਤੇ ਹੀ ਇਹ ਕਿਉਂ ਕੀਤਾ ਜਾ ਰਿਹਾ? ਗਵਰਨਰ ਸਾਹਿਬ ਕਿਉਂ ਪੰਜਾਬ ਦੇ ਉੱਤੇ ਪ੍ਰੈਸ਼ਰ ਦੇ ਰਹੇ ਹੈ? ਉਹ ਇੱਕੋ ਰੀਜ਼ਨ ਹੈ ਪ੍ਰੈਸ਼ਰ ਦੇਣ ਦਾ ਕਿ ਉਹ ਪਰੇਸ਼ਾਨ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਦੀ ਪੋਪੂਲੈਰਿਟੀ ਇੰਨੀ ਵੱਧਦੀ ਪਈ ਹੈ, ਔਰ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਨੂੰ ਲੋਕੀ ਪਸੰਦ ਕਰ ਰਹੇ। ਉਹ ਚਾਹੁੰਦੇ ਨਹੀਂ ਕਿ ਸਾਡੇ ਜਿਹੜੇ ਵੋਲੰਟੀਅਰਸ ਨੇ, ਸਾਡੇ ਜਿਹੜੇ ਲੀਡਰਸ ਨੇ, ਉਹਨਾਂ ਨੂੰ ਪੂਰੇ ਦੇਸ਼ ਤੱਕ ਮੈਸੇਜ ਪਹੁੰਚਾ ਸਕਣ। ਔਰ ਡੈਮੋਕ੍ਰੈਟਿਕ ਤਰੀਕੇ ਨਾਲ ਅਸੀਂ ਉੱਥੇ ਪ੍ਰੋਟੈਸਟ ਕਰ ਰਹੇ ਸੀ, ਪਰ ਸਾਡੇ ਉੱਤੇ ਜ਼ੋਰਦਾਰ ਡੰਡੇ ਬਰਸਾਏ ਗਏ, ਔਰ ਉੱਤੋਂ ਸਾਡੇ ਉੱਤੇ FIR ਲਾਂਚ ਕਰ ਦਿੱਤੀ ਗਈ, ਔਰ ਐਸੀ ਥਾਣੇ 'ਚ ਤੀਜੀ FIR ਆਮ ਆਦਮੀ ਪਾਰਟੀ ਦੇ ਉੱਤੇ ਇਹਨਾਂ ਨੇ ਕੀਤੀ ਹੈ, ਔਰ ਜਿਹਦੀ ਅਸੀਂ ਨਿੰਦਾ ਵੀ ਕਰਦੇ ਹਾਂ। ਔਰ ਭਾਰਤੀ ਜਨਤਾ ਪਾਰਟੀ ਤੋਂ ਸਵਾਲ ਪੁੱਛਦੇ ਹਾਂ ਕਿ ਗੌਤਮ ਅਡਾਨੀ ਨੂੰ ਇੰਨੀ ਸੇਫਟੀ ਕਿਉਂ ਦਿੱਤੀ ਜਾ ਰਹੀ ਹੈ? ਇਹੋ ਜਿਹਾ ਕੀ ਕੀਤਾ ਗੌਤਮ ਅਡਾਨੀ ਨੂੰ ਕਿਉਂ ਨਹੀਂ ਤੁਸੀਂ ਅਰੈਸਟ ਕਰ ਲਏ? ਲੋਕਾਂ ਨੇ LIC 'ਚ, ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ 'ਚ ਜਿਹੜੀ ਇਨਵੈਸਟਮੈਂਟ ਕੀਤੀ ਹੈ ਉਹਦੀ ਡੁੱਬਣ ਦਾ ਖਤਰਾ ਕਿੰਨਾ ਵੱਧ ਚੁੱਕਿਆ, ਕਿਉਂਕਿ ਸਾਰੀ ਮੋਦੀ ਜੀ ਨੇ ਧੱਕਾ ਕਰਕੇ ਉਹਨਾਂ ਦੀ ਇਨਵੈਸਟਮੈਂਟ ਅਡਾਨੀ ਗਰੁੱਪ 'ਚ ਪਈ। ਹੁਣ ਅਡਾਨੀ ਗਰੁੱਪ ਦੇ ਸ਼ੇਅਰ ਜਿਸ ਹਿਸਾਬ ਨਾਲ ਗਿਰਦੇ ਪਏ ਨੇ, ਬਹੁਤ ਵੱਡੀ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਜਾ ਰਹੀ ਹੈ ਦੇਸ਼ ਦੇ ਅੰਦਰ ਗੌਤਮ ਅਡਾਨੀ ਕਰਕੇ। ਪਰ ਸਾਡੇ ਪ੍ਰਧਾਨ ਮੰਤਰੀ ਜੀ ਤੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਪ੍ਰੋਟੈਕਟ ਕਰਨ ਤੇ ਲੱਗੀ ਹੋਈ ਹੈ। ਔਰ ਅੱਜ ਅਸੀਂ ਐਸੀ ਚੀਜ਼ ਦੇ ਅਗੇਂਸਟ ਅੱਜ ਅਸੀਂ ਪ੍ਰੋਟੈਸਟ ਜਿਹੜਾ ਕੀਤਾ ਸੀਗਾ ਪਰਸੋਂ, ਉਹਦੇ ਅਗੇਂਸਟ ਸਾਡੇ ਕਈ ਵੋਲੰਟੀਅਰਸ ਇੰਜਰ ਹੋਏ ਨੇ। 22 ਤਾਂ ਔਨ ਰਿਕਾਰਡ ਹੈ, ਹੋਰ ਵੀ ਕਾਫੀ ਲੋਕਾਂ ਨੂੰ ਸੱਟਾਂ ਵੱਜੀਆਂ, ਡੰਡੇ ਤੁਹਾਡੇ ਕੈਮਰੇ 'ਚ ਰਿਕਾਰਡ ਹੋਏ ਨੇ। ਅਸੀਂ ਇਹਦੇ ਅਗੇਂਸਟ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ। ਔਰ ਗਵਰਨਰ ਸਾਹਿਬ ਜਿਹੜੇ ਕਹਿੰਦੇ ਵੀ ਮਿਰਰ ਦੇ ਪਿੱਛੋਂ ਸਾਰਾ ਕੰਮ ਚਲਾ ਰਹੇ ਆ, ਪਰਦੇ ਦੇ ਪਿੱਛੋਂ ਸਾਰਾ ਕੰਮ ਚਲਾ ਰਹੇ, ਅਸੀਂ ਉਹਨੇ ਨਿੰਦਾ ਕਰਦੇ ਹਾਂ ਤੇ ਕਹਿੰਦੇ ਹਾਂ ਕਿ ਇਹੋ ਜਿਹੇ ਗਵਰਨਰਸ ਨੂੰ ਰਿਪਲੇਸ ਕਰਨਾ ਚਾਹੀਦਾ ਜਿਹੜੇ ਕਿ ਪੰਜਾਬ ਦੀ ਡੈਮੋਕ੍ਰੇਸੀ ਲਈ ਖਤਰਾ ਬਣ ਕੇ ਅੱਗੇ ਆਏ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਤੁਸੀਂ ਦੇਖਿਆ ਕਿ ਹੁਣ ਇਹ ਮੁੱਦਾ ਇਲੈਕਟਿਡ ਤੇ ਸਿਲੈਕਟਿਡ ਦਾ ਰਹਿ ਗਿਆ ਤੇ ਸਿਆਸਤ ਹਾਲੇ ਹੋਰ ਭਖੇਗੀ। ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਕਿੰਨੀ ਕੁ ਹੋਰ ਭਖਦੀ ਹੈ।
ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਬਿਉਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।